ਹੈਲੋ ਦੋਸਤੋ, ਇੱਕ ਵਾਰ ਫਿਰ ਤੋਂ ਮੈਂ ਤੁਹਾਡਾ ਸਵਾਗਤ ਕਰਦਾ ਆਪਣੇ ਚੈਨਲ ਵਿਜ਼ਾਰਡ ਆਫ ਹਿਸਟਰੀ ਤੇ। ਮੈਨੂੰ ਕਾफ़ी ਮੈਸੇਜ ਆਇਆ, ਪਰਸਨਲ ਮੈਸੇਜ ਆਇਆ, ਕਮੈਂਟ ਬਾਕਸ 'ਚ ਕਮੈਂਟ ਆਇਆ ਕਿ ਸਰ ਨੈਕਸਟ ਕਲਾਸ ਲੈ ਕੇ ਜਲਦੀ ਆਓ। ਆਪਾਂ ਉਸ ਕਲਾਸ ਨੂੰ ਰੈਗੂਲਰ ਕੰਟੀਨਿਊ ਅੱਗੇ ਕਰ ਰਹੇ ਹਾਂ। ਜਿਹੜੀ ਆਪਣਾ ਕਲਾਸ ਚੱਲ ਰਹੀ ਸੀਗੀ, ਟੌਪਿਕ ਚੱਲ ਰਿਹਾ ਸੀਗਾ, ਕਿਹੜਾ ਚੱਲ ਰਿਹਾ ਸੀਗਾ? ਸਿੰਧੂ ਘਾਟੀ ਸੱਭਿਅਤਾ, ਯਾਨੀ ਕਿ ਇੰਡਸ ਵੈਲੀ ਸਿਵਲਾਈਜੇਸ਼ਨ। ਉਹਦੇ 'ਚ ਹੁਣ ਤੱਕ ਜੋ ਗੱਲ ਕੀਤੀ ਹੈ, ਪਹਿਲੇ ਲੈਕਚਰ 'ਚ ਆਪਾਂ ਜਿਹੜਾ ਪਹਿਲਾ ਟੌਪਿਕ ਸੀਗਾ ਉਹਦੇ 'ਚ ਗੱਲ ਕੀਤੀ ਸੀਗੀ ਕਿ ਸਿੰਧੂ ਘਾਟੀ ਦਾ ਬੇਸ ਕਿਵੇਂ ਬਣਿਆ। ਫਿਰ ਉਹਦੀ ਜਗ੍ਹਾ ਦੀ ਗੱਲ ਕੀਤੀ ਹੈ, ਉਹਦੀ ਜਗ੍ਹਾ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਖੋਦੀਆਂ ਗਈਆਂ। ਫਿਰ ਇਹ ਦੋ ਟੌਪਿਕ ਦੇ ਵਿੱਚ ਆਪਣੀ ਗੱਲ ਹੋ ਚੁੱਕੀ ਹੈ। ਤੀਸਰੇ ਜਿਹੜਾ ਆਪਣਾ ਇਹਦਾ ਪਾਰਟ ਰਹਿਣ ਵਾਲਾ, ਹਾਲਾਂਕਿ ਇਹਦਾ ਬਹੁਤ ਜ਼ਿਆਦਾ ਆਪਾਂ ਗੱਲ ਕਰ ਸਕਦੇ, 5-10 ਲੈਕਚਰ ਵੀ ਬਣ ਸਕਦੇ ਆ, ਬਟ ਆਪਾਂ ਨੂੰ ਮੇਨ ਜਿਹੜਾ ਮਾਸਟਰ ਗੇਡਰ ਦੇ ਤੌਰ 'ਤੇ ਚਾਹੀਦਾ ਹੈ, ਉਹ ਆਪਾਂ ਉਹਨੂੰ ਲੈ ਕੇ ਚੱਲ ਰਹੇ ਹਾਂ ਕੰਟੈਂਟ ਨੂੰ। ਤਾਂ ਉਹਦੇ ਵਿੱਚ ਜਿਹੜਾ ਲਾਸਟ ਲੈਕਚਰ ਇਹਦੇ ਵਿੱਚ ਆਪਾਂ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹਿਸਟਰੀ ਇਹਦੇ ਵਿੱਚ ਜਿਹੜੀ ਹੈ ਪਹਿਲੇ ਟੌਪਿਕ ਦੀ ਕੰਪਲੀਟ ਹੋ ਜਾਣੀ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਕੰਪਲੀਟ ਹੋਵੇ। ਤਾਂ ਕਾफ़ੀ ਅੱਛਾ ਲੱਗਿਆ ਕਿ ਤੁਹਾਡਾ ਰਿਸਪੌਂਸ ਬਹੁਤ ਵਧੀਆ ਆਇਆ, ਬਹੁਤ ਵਧੀਆ ਪਰਸਨਲ ਕਮੈਂਟ ਆਇਆ, ਪਰਸਨਲ ਮੈਸੇਜ ਆਇਆ, ਫੋਨ ਆਇਆ ਮੈਨੂੰ ਨੂੰ। ਤਾਂ ਉਸ ਕਰਕੇ ਮੈਂ ਰੈਗੂਲਰ ਕਲਾਸ ਅੱਗੇ ਸਟਾਰਟ ਕਰਨ ਜਾ ਰਿਹਾ ਵਿੱਚ ਕਿ ਤੁਹਾਡੇ ਤੋਂ ਕੋਈ ਵੀ ਇਹੋ ਜਿਹਾ ਨਾ ਰਹਿ ਜਾਵੇ ਜਿਨ੍ਹਾਂ ਤੱਕ ਇਹ ਆਪਣੀ ਹੈ ਹਿਸਟਰੀ ਲੈਕਚਰ ਨਾ ਪਹੁੰਚ ਸਕੇ। ਤਾਂ ਸਾਰਿਆਂ ਤੱਕ ਜ਼ਰੂਰ ਸ਼ੇਅਰ ਕਰਿਓ ਜੀ। ਉਮੀਦ ਹੈ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਤਾਂ ਆਪਾਂ ਹੁਣ ਅੱਗੇ ਗੱਲ ਕਰਦੇ ਹਾਂ। ਹੁਣ ਤੱਕ ਆਪਾਂ ਜਗ੍ਹਾ ਦੀ ਗੱਲ ਕੀਤੀ, ਹੁਣ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਇਹਦੇ ਵਿੱਚ ਹੀ ਜਿਹੜਾ ਸਿੰਧੂ ਘਾਟੀ ਸੱਭਿਅਤਾ ਜਿਹੜੀ ਨਗਰ ਯੋਜਨਾ ਹੈ, ਯਾਨੀ ਕਿ ਟਾਊਨ ਪਲੈਨਿੰਗ ਹੈ, ਉਹ ਕਿੱਦਾਂ ਦੀ ਸੀਗੀ, ਲੋਕ ਕਿਵੇਂ ਦੇ ਰਹਿੰਦੇ ਸੀਗੇ, ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਇਸ ਦੇ ਵਿੱਚ। ਤੇ ਆਪਣਾ ਰਹਿਣ ਵਾਲਾ ਅੱਜ ਨਗਰ ਯੋਜਨਾ, ਕਿ ਉਹਨਾਂ ਦੀ ਨਗਰ ਯੋਜਨਾ ਕਿਵੇਂ ਦੀ ਸੀਗੀ। ਤੇ ਆਪਾਂ ਕਹਿ ਸਕਦੇ ਹਾਂ ਅੱਜ ਦੇ ਸਮੇਂ ਦੇ ਨਾਲੋਂ ਜਿਹੜਾ ਆਪਦਾ ਮਾਡਰਨ ਆਪਾਂ ਟਾਈਮ ਜਿਹਦੇ ਵਿੱਚ ਆਪਾਂ ਰਹਿ ਰਹੇ ਹਾਂ ਉਹਦੇ ਨਾਲੋਂ ਕਈ ਜ਼ਿਆਦਾ ਬਿਹਤਰ ਇਹਨਾਂ ਦੀ ਨਗਰ ਯੋਜਨਾ ਸੀਗਾ। ਬਹੁਤ ਵਧੀਆ ਇਹਨਾਂ ਦੀ ਨਗਰ ਯੋਜਨਾ ਬਣਾਈ ਹੋਈ ਸੀਗੀ, ਜਿਹਦੇ ਵਿੱਚ ਇਹ ਲੋਕ ਰਹਿੰਦੇ ਸੀਗੇ ਘਰਾਂ ਮਕਾਨਾਂ ਦੇ ਵਿੱਚ। ਕਿਉਂਕਿ ਆਪਾਂ ਨੂੰ ਪਤਾ ਹੈ ਜਦੋਂ ਖੁਦਾਈ ਕੀਤੀ ਗਈ ਤਾਂ ਪੱਕੀਆਂ ਇੱਟਾਂ ਮਿਲੀਆਂ, ਯਾਨੀ ਕਿ ਅੱਜ ਤੋਂ ਆਪਾਂ ਗੱਲ ਕਰੀਏ ਆਪਣੇ 30-35 ਸਾਲ ਬੈਕ ਚਲੇ ਜਾਈਏ ਤਾਂ ਆਪਣੇ ਕੱਚੇ ਮਕਾਨ ਮਿਲਦੇ ਆ। ਤਾਂ ਉਹਨਾਂ ਦੀ ਗੱਲ ਕਰੀਏ, ਦੇਖੋ ਕਿੰਨੇ 5000 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਤਾਂ ਉਹਨਾਂ ਦੇ ਪੱਕੇ ਮਕਾਨ ਸੀ, ਯਾਨੀ ਕਿ ਆਪਣੇ ਤੋਂ ਜ਼ਿਆਦਾ ਡਿਵੈਲਪਮੈਂਟ ਰੱਖਦੇ ਸੀਗੇ ਸਿੰਧੂ ਦੇ ਲੋਕ। ਤੇ ਹੁਣ ਉਹਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ। ਤੇ ਕੁਐਸਚਨ ਵਿੱਚ ਕਈ ਵਾਰ ਪੁੱਛਿਆ ਜਾ ਸਕਦਾ ਹੈ ਕਿ ਪੱਕੇ ਮਕਾਨ ਹੈ ਤੇ ਪੱਕੇ ਮਕਾਨਾਂ ਨੂੰ ਪੱਕੀਆਂ ਇੱਟਾਂ ਲੱਗੀਆਂ, ਤੇ ਪੱਕੀਆਂ ਇੱਟਾਂ ਨੂੰ ਕੀ ਬੋਲਦੇ ਸੀਗੇ? ਟੈਰਾਕੋਟਾ। ਇਹ ਯਾਦ ਨੂੰ ਰੱਖਿਓ ਜੀ, ਪੱਕੀ ਇੱਟਾਂ ਨੂੰ ਕੀ ਬੋਲਿਆ ਜਾਂਦਾ ਸੀਗਾ? ਟੈਰਾਕੋਟਾ। ਇਹ ਯੂ ਯਾਦ ਰੱਖਿਆ ਤੁਸੀਂ, ਟੈਰਾਕੋਟਾ ਬੋਲਦੇ ਸੀਗੇ। ਹੁਣ ਨਗਰ ਯੋਜਨਾ ਹੈ ਕਿੱਦਾਂ ਦੀ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਤਾਂ ਉਹਨਾਂ ਦੀ ਜਿਹੜੀ ਨਗਰ ਯੋਜਨਾ ਹੈ ਸਿੰਧੂ ਘਾਟੀ ਦੇ ਲੋਕਾਂ ਦੀ, ਉਹ ਇੱਕ ਗ੍ਰਿਡ ਸਿਸਟਮ ਹੈ। ਮੀਨਸ ਆਪਾਂ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਉਹਨੂੰ ਜਾਲੀਦਾਰ। ਤੁਸੀਂ ਆਪਣੇ ਮੋਬਾਈਲ ਦੇ ਵਿੱਚ ਵੇਖਿਆ ਹੋਣਾ ਗ੍ਰਿਡ ਸਿਸਟਮ, ਕਿ ਮੋਬਾਈਲ ਦੇ ਫੋਟੋ ਹੈ ਜਿਹੜੇ ਆਪਾਂ ਪਿਕਸ ਹੈ ਉਹਨੂੰ ਕਿਵੇਂ ਕਰਦੇ ਹਾਂ? ਗ੍ਰਿਡ ਸਿਸਟਮ ਰਾਹੀਂ ਵੇਖਣਾ ਚਾਹੁੰਦੇ ਆਪਣੇ ਮੋਬਾਈਲ ਦੇ ਵਿੱਚ, ਉਹੀ ਗ੍ਰਿਡ ਸਿਸਟਮ ਇਹਦੇ ਵਿੱਚ ਅਪਲਾਈ ਕੀਤਾ ਜਾਂਦਾ। ਹੁਣ ਗ੍ਰਿਡ ਸਿਸਟਮ ਹੈ ਕੀ, ਉਹ ਸਮਝਣ ਦੀ ਕੋਸ਼ਿਸ਼ ਕਰੋ। ਸੇਮ ਇੱਦਾਂ ਹੀ ਅੱਗੇ ਆਏਗਾ। ਤਾਂ ਇੱਕ ਦੇਖੋ, ਇੱਕ ਜਾਲੀ ਹੈ, ਜਾਲੀਦਾਰ ਦਿਖ ਰਿਹਾ ਹੈ ਨਾ, ਉਸੇ ਤਰ੍ਹਾਂ ਇਹ ਆਪਾਂ ਨੂੰ ਇੱਕ ਗ੍ਰਿਡ ਵੀ ਦਿਖ ਰਿਹਾ, ਪਿਕਸ ਆਪਾਂ ਇੱਦਾਂ ਦੇਖਦੇ ਹੁੰਦੇ ਆਪਣੇ ਮੋਬਾਈਲ ਦੇ ਵਿੱਚ, ਉੱਦਾਂ ਵੀ ਲੱਗਾ। ਲਾਈਕ ਇਹ ਚੌਪੜ ਵੀ ਹੈ, ਲਾਈਕ ਇਹ ਚੈਸ ਵੀ ਹੈ, ਯਾਨੀ ਕਿ ਚੈਸ ਦੀ ਤਰ੍ਹਾਂ ਵਿਖਣ ਵਾਲਾ ਹੈ, ਚੌਪੜ ਦੀ ਤਰ੍ਹਾਂ ਵਿਖਣ ਵਾਲਾ ਹੈ। ਕਿਉਂਕਿ ਜੇਕਰ ਆਪਾਂ ਇਹਨੂੰ ਰਫ ਕਰਦੇ ਹਾਂ ਇਹ ਵਾਲੀ ਸਾਈਡ ਨੂੰ, ਤਾਂ ਇਹ ਇੱਕ ਆਪਾਂ ਨੂੰ ਚੈਸ ਦੀ ਤਰ੍ਹਾਂ ਨਜ਼ਰ ਆ ਰਿਹਾ। ਤੁਸੀਂ ਵੇਖਿਆ ਹੋਣੀ ਹੈ ਚੈਸ ਇੱਦਾਂ ਤਰ੍ਹਾਂ ਦੀ, ਜਾਂ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਲੂਡੋ ਕਹਿ ਸਕਦੇ ਹਾਂ, ਉੱਦਾਂ ਦੀ ਦਿਖ ਰਹੀ ਹੈ ਆਪਾਂ ਨੂੰ। ਸੇਮ ਪ੍ਰੋਸੀਜਰ ਸਾਰਾ ਹੀ ਜਿਹੜਾ ਹੈ ਸਿੰਧੂ ਘਾਟੀ ਦੇ ਸ਼ਹਿਰ ਬਣਿਆ ਹੋਇਆ ਸੀਗਾ, ਜਿਹੜੇ ਲੋਕ ਰਹਿੰਦੇ ਸੀਗੇ ਜਿਹੜੇ ਸ਼ਹਿਰਾਂ ਦੇ ਵਿੱਚ, ਉਹਨਾਂ ਦਾ ਆਹੀ ਸਟਰਕਚਰ ਬਣਿਆ ਹੁੰਦਾ ਸੀਗਾ। ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿਹੜੇ ਸ਼ਹਿਰ ਦਾ ਕੀ ਸਿਸਟਮ ਸੀਗਾ, ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਹੁਣ ਦੇਖੋ ਇਹਦੇ ਵਿੱਚ ਹੀ ਇਹ ਤਾਂ ਇੱਕ ਐਗਜ਼ਾਮਪਲ ਹੈ, ਇਹ ਆਪਾਂ ਲੈ ਕੇ ਕਿਵੇਂ ਚੱਲਣਾ ਹੈ। ਤਾਂ ਤੁਹਾਨੂੰ ਕੁਐਸਚਨ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ, ਕਈ ਜਗ੍ਹਾ ਤੋਂ ਪੜ੍ਹਿਆ ਹੋਣਾ ਕਿ ਸਿੰਧੂ ਘਾਟੀ ਦੇ ਲੋਕਾਂ ਦੀਆਂ ਸੜਕਾਂ ਸੀਗੀਆਂ ਉਹ ਆਪਸ ਵਿੱਚ ਕਿਹੜੇ ਡਿਗਰੀ ਦੇ ਕੋਣ 'ਤੇ ਕੱਟਦੀਆਂ ਸੀਗੀਆਂ? 90 ਡਿਗਰੀ ਦੇ ਐਂਗਲ 'ਤੇ ਕੱਟਦੀਆਂ ਸੀਗੀਆਂ। ਮੀਨਸ ਸਮਕੋਣ ਬਣਾਉਂਦੀਆਂ ਸੀਗੀਆਂ। ਉਹ ਸਮਕੋਣ ਕਿਵੇਂ ਬਣਦਾ? ਤਾਂ ਤੁਹਾਨੂੰ ਇੱਥੋਂ ਸਾਫ਼ ਕਲੀਅਰ ਹੋ ਰਿਹਾ ਕਿ ਸਮਕੋਣ ਹੀ ਬਣ ਰਿਹਾ। ਜੇਕਰ ਆਪਾਂ ਇੱਧਰੋਂ ਵੇਖਦੇ ਹਾਂ ਤਾਂ 90 ਡਿਗਰੀ ਦਾ ਐਂਗਲ ਬਣ ਰਿਹਾ, ਇੱਧਰੋਂ ਵੀ ਬਣ ਰਿਹਾ, ਜਿੰਨੀ ਕਿ ਹਰ ਪਾਸੋਂ 90 ਡਿਗਰੀ ਦਾ ਐਂਗਲ ਬਣ ਰਿਹਾ। ਇਸ ਕਰਕੇ ਇਹਨੂੰ ਬੋਲਦੇ ਸੀਗੇ ਸਮਕੋਣ। ਹਰੇਕ ਜਿਹੜੀ ਸੜਕ ਹੈ ਉਹ 90 ਡਿਗਰੀ ਦੇ ਐਂਗਲ 'ਤੇ ਕੱਟਦੀ ਸੀਗੀ। ਸੇਮ ਅੱਗੇ ਹੀ ਇਹ ਚੀਜ਼ ਰਹਿਣ ਵਾਲੀ ਹੈ, ਸੇਮ ਨੀਚੇ ਇਹ ਚੀਜ਼ ਰਹਿਣ ਵਾਲੀ, ਯਾਨੀ ਕਿ ਚਾਂਸ ਫੇਰੀ ਇਹੀ ਚੀਜ਼ ਰਹਿਣ ਵਾਲੀ ਹੈ, ਯਾਨੀ ਕਿ 90 ਡਿਗਰੀ ਦਾ ਐਂਗਲ ਹੀ ਬਣਨ ਵਾਲਾ। ਹੁਣ ਆਪਾਂ ਇਹਦੇ ਵਿੱਚ ਲੈ ਕੇ ਚੱਲਦੇ ਹਾਂ ਆਪਣੇ ਅੱਗੇ
जो इहदे विच रहण वाला क्वेश्चन दे विच कि सिंधु घाटी के लोगों का एक तो बहुत बढ़िया बनावट है क्या दी नालियां का प्रबंध बहुत वधिया यानी कि सड़क मेन सड़क है उनके नाल ही एक नालियां बनी हुई सीगियां आप कह सकते हैं ये नाली है हुण ये नालियां का वेस्टेज जो आप कह सकते हैं जल निकासी बोल सकते हैं वेस्ट पानी वो एक टैंकर बाहर टैंकर बनया सी उहदे विच सारा इकट्ठा हुंदा सीगा जिवें आपां अज आपदे पिंडां दे विच कह दिंदे आ कि छप्पड़ बनया होंदा उही है इन्हां दा एक तकनीक के तौर पर सारा पानी जिहड़ा शहर का एक बाहर टोआ पुट्टिया टैंकर होंदा सी उहदे विच इकट्ठा जमा होंदा सीगा ते ये पानी घरां तक किवें पहुँचाया जांदा सीगा एक इन्हां दा आपां अज दे जमाने दे विच वाटर वर्क्स बोलदे आ उदां दा एक नहर दे आपां नदी दे उपर एक डैम बना के पानी इकट्ठा करके उस नूं अपने नगर दे जल सप्लाई वास्ते वरत्या जाता सीगा वरतन तो बाद जल की अगे निकासी की जाती सी। क्वेश्चन ये भी पूछना सब तो बैस्ट जल निकासी किहड़ी जगह की सीगी धौलवीरा की तो सब तो घटिया बनने वाली तो काली बंगा की सब तो बैस्ट धौलवीरा तो ये चीज़ तुसी जरूर ध्यान च रखना है। हुण आह वाली जिहड़ी सड़क है सड़क के नाल ही मेन जिहड़ी है इन्हां दे मकान बने होंदे सन यानी कि आप कह सकते घर बने होंदे सीगे सिद्धू घाटी जिहड़े लोग है उन्होंने घर बने हुण ये पक्कियां नालियां है ये सारियां नालियां जिहड़ियां पक्कियां इट्टां नाल ही ढक्कियां होंदियां सन टैराकोटा यानी कि बहुत वधिया सिस्टम सीगा जेकर आप अज पिंड दे विच लैके चलदे हां तां अज भी जिहड़ियां नालियां इट्टां दे नाल नहीं ढक्की होंदी ते फर्श जिहड़े आप स्लैब नहीं पाई होंदी उस टाइम इन्ने कु इंटैलीजेंट बंदे सीगे जिहड़े कि अपनियां नालियां भी ढक के रखते सन तुसीं डेरा ब्यास वेखिया होना उहदे विच जिहड़ियां सारियां नालियां ढक्कियां होंदियां सेम उन्हां दा आई प्रोसीजर है कि इन्हां दियां नालियां उदां ही ढक्कियां होंदियां सन। तुसीं एक अज आप बोलते हैं एक तुहानूं मैं एग्जाम्पल दे रहा इंग्लिश सीट की आप बोलते ना इंग्लिश सीट वरत रहे हैं अज आप मॉडर्न जमाने की वरत रहे हैं अपने को किन्ने साल होए इंग्लिश सीटा इनू मसा ਵੱਧ ਤੋਂ ਵੱਧ 20 साल होए होने बट सिंधु घाटी के लोगों ने सब तो पहला इंग्लिश सीट की वरतों की सी यानी कि वाशरूम के सब तो पहला इन्होंने वरत्या सी वही कंसैप्ट अंग्रेज़ों ने अपनाया उन्होंने कार्ड नहीं है ये सिंधु घाटी लोगों की कार्ड सी जे आप मनीए तो हुण इहदे विच एक क्वेश्चन होर पूछा जाता है कि जिहड़े सिंधु घाटी के लोग है उन्होंने जिहड़े घरां दे मकानां दे गेट किहड़ी साइड ते खुलदे सन ये बहुत वड्डा क्वेश्चन है कई बार क्वेश्चन बच्चे कन्फ्यूज हो जाते भी गेट मेन सड़क वाले खुलते सीगे जां छोटी सड़क दे वाले खुलदे सिर्फ एक लोथल जगह इहो जी है उन्होंने बाहर कर दिओ जी लोथल बाकी जिन्ने भी शहर रहने वाले अपने काली बंगा रोपड़ जिन्ने भी शहर रहने वाले है उन्होंने सारे घरां दे मकानां दे जिहड़े गेट है वो एक छोटी गली है बैक साइड ते उहदे वाले ही खुलते सन यानी कि दरवाजे इधर खुलते सन इधरों फिर जाके मेन गेट वाल एंट्री करती सी यानी कि जिहड़े घरां दे मकानां दे गेट है मेन गेट है वो छोटी सड़क एक छोटी सड़क बनाई होंदी सी उहदे वाल खुलते सीगे उहदे तो ही अगे मेन रोड ते एंट्री करते सन। सिर्फ लोथल इहो जी जगह है जिंदे विच मेन गेट मेन दरवाजा जो आप कहते हैं मेन गेट मेन सड़क वाल खुलता सिर्फ एक जगह है लोथल जिंदे विच मेन सड़क तो मेन गेट है बाकी सारे जिहड़ी जगह दे है मेन गेट है वो एक छोटी सड़क के वाल खुलते थे इत्थों तक लगी समझ। हुण इहदे क्वेश्चन पूछा जाता है कि इन्हां दे जिहड़े मकान है एक मंजिली नहीं सीगे बहु मंजिली सीगे ये ध्यान जरूर रखना क्वेश्चन पूछ लेंदे हैं मकान एक मंजिली सीगे जां बहु मंजिली तां सिंधु घाटी के लोगों के जिहड़े मकान है बहु मंजिली बने होंदे सीगे। हुण दूसरा इहदे विच एक होर क्वेश्चन इहदे विच मकान दे विच जिवें अज आपां पूरी टैकनीक नूं लैके घर विच बनाउंदे आ मकान उदां इन्हां दे बने होए सन बैडरूम है वाशरूम है किचन है घर दे विच किसी दे आपां काली बंगा की गल कीती उहदे विच खूह है उस तरह खूह भी पुट्टे होंदे सी किसी दे घरे जिन्ना घरे टैंकर का इंतजाम नहीं सीगा तो सारा सिस्टम आप कह सकते जिवें अज दा उवें ही उन्हां दा भी सीगा यानी कि अपने तो काफ़ी डिवैलप सीगे ये लोग काफ़ी विकास कर चुके सीगे शायद ये सभ्यता आलोप ना होंदी खत्म ना होंदी अज इंडिया पता नहीं कितों तक पहुँच जाना सी। कई इतिहासकारों ने इतों तक कहता कि जिहड़ी ये सभ्यता शायद इन्होंने इन्नी कु शक्ति यानी कि अपने आप इकट्ठी कर ली जां अपने आप इन्ने को माइंड यूज़ करना शुरू करता कि इन्होंने परमाणु तक बनाना शुरू करता सीगा यानी कि साइंटिफिक आप तरीके नाल वेखीए तां कहंदे साइंस का भी इन्होंने काफ़ी तक हद तक कढ़ चुके सीगे स्टोरी काफ़ी स्टोरी कहते हैं। तो ये है अपनी नगर योजना इहदे विच क्वेश्चन की पूछा जाएगा जिहड़े मकान है किंदे बने होंदे इट्टां दे
ਟੈਰਾਕੋਟਾ ਦੇ ਬਣੇ ਹੁੰਦੇ ਆ। ਜਲ ਨਿਕਾਸੀ ਸਭ ਤੋਂ ਬੈਸਟ ਧੌਲਵੀ ਰਾਦੀ, ਸਭ ਤੋਂ ਮਾੜੀ ਕਾਲੀ ਬੰਗਾ ਬਣਾ ਵਾਲੀ ਦੀ, ਕਿਉਂਕਿ ਉੱਥੇ ਕੱਚੇ ਮਕਾਨ ਆਪਾਂ ਨੂੰ ਮਿਲਦੇ ਆ। ਅਤੇ ਇਹਨਾਂ ਦੀ ਸੜਕਾਂ 90 ਡਿਗਰੀ ਐਂਗਲ 'ਤੇ ਕੱਟਦੀਆਂ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਸਮਕੋਣ। ਤੁਸੀਂ ਦੇਖੋਗੇ ਹਰੇਕ ਸਾਈਡ ਤੋਂ 90 ਡਿਗਰੀ ਦਾ ਐਂਗਲ ਹੀ ਬਣ ਰਿਹਾ, ਯਾਨੀ ਕਿ ਸਮਕੋਣ ਦੇ ਸਾਰਿਆਂ ਨੂੰ ਆਪਸ ਵਿੱਚ ਕੱਟ ਲਿਆ। ਹੁਣ ਇਹ ਹੈ ਆਪਣੀ ਨਗਰ ਯੋਜਨਾ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਸਿੰਧੂ ਘਾਟੀ ਦੇ ਲੋਕਾਂ ਦਾ ਜਿਹੜੀ ਅਰਥ ਵਿਵਸਥਾ ਹੈ ਜਾਂ ਉਹਨਾਂ ਦਾ ਆਮਦਨ ਦਾ ਮੇਨ ਸੋਰਸ ਕੀ ਸੀਗਾ। ਹੁਣ ਇੱਥੇ ਕਨਫਿਊਜ਼ਨ ਕਰਨ ਵਾਲਾ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਉਹਨਾਂ ਦਾ ਮੇਨ ਸੋਰਸ ਕੀ ਹੈ ਆਮਦਨ ਦਾ। ਅਤੇ ਕਈ ਬੱਚੇ ਕੀ ਕਰਦੇ ਆ, ਆਪਸ਼ਨ ਦੇਖਦੇ ਆ, ਆਪਸ਼ਨ ਦੇ ਵਿੱਚ ਕੀ ਹੋਏਗਾ, ਵਪਾਰ ਹੋਏਗਾ, ਖੇਤੀਬਾੜੀ ਹੋਏਗੀ, ਪਸ਼ੂ ਪਾਲਣ ਹੋਏਗਾ, ਅਤੇ ਇੱਕ ਅੱਧੀ ਐਕਸਟਰਾ ਪਾ ਦਿੰਦੇ ਆ। ਤਾਂ ਸਾਰੇ ਚੁੱਪ ਕਰਕੇ ਕਿਹਦੇ 'ਤੇ ਟਿਕ ਕਰਦੇ ਆ, ਖੇਤੀਬਾੜੀ 'ਤੇ। ਤਾਂ ਉਹ ਗਲਤ ਹੈ। ਹੁਣ ਧਿਆਨ ਦਿਓ ਜੇ ਕੁਐਸਚਨ ਕਿਵੇਂ ਪੁੱਛਿਆ ਜਾਏਗਾ ਇਹਦੇ ਵਿੱਚ। ਜੇਕਰ ਤੁਹਾਨੂੰ ਕੁਐਸਚਨ ਪੁੱਛਿਆ ਗਿਆ ਕਿ ਉਹਨਾਂ ਦੀ ਆਮਦਨ ਦਾ ਮੇਨ ਸੋਰਸ ਕੀ ਹੈ, ਅਰਥ ਵਿਵਸਥਾ ਦੀ ਮੇਨ ਆਪਾਂ ਕਹਿ ਸਕਦੇ ਹਾਂ ਜੜ ਕੀ ਹੈ, ਤਾਂ ਉਹ ਜੜ ਕਿਹੜੀ ਸੀਗੀ ਅਰਥ ਵਿਵਸਥਾ ਦੀ। ਅਰਥ ਵਿਵਸਥਾ ਹੈ, ਉਹਦੇ ਜੜ ਕੀ ਹੈ ਅਰਥ ਵਿਵਸਥਾ ਦੀ, ਇਨਕਮ ਦਾ ਮੇਨ ਸੋਰਸ ਕੀ ਹੈ। ਤਾਂ ਇਹਦੇ ਵਿੱਚ ਕੀ ਹੈ, ਆਪਸ਼ਨ ਦੇ ਵਿੱਚ ਆਏਗਾ ਖੇਤੀਬਾੜੀ, ਵਪਾਰ ਆਏਗਾ, ਵਪਾਰ ਤੋਂ ਬਾਅਦ ਆਪਾਂ ਕਹਿੰਦੇ ਪਸ਼ੂ ਪਾਲਣ ਆਏਗਾ, ਜਾਂ ਇਹਨਾਂ ਵਿੱਚੋਂ ਸਾਰੇ ਜਾਂ ਕੋਈ ਵੀ ਨਹੀਂ। ਤਾਂ ਆਪਾਂ ਕਿਵੇਂ ਟਿਕ ਕਰਨਾ ਇਹਦੇ ਵਿੱਚ, ਥੋੜ੍ਹਾ ਜਿਹਾ ਮਾਈਂਡ ਤੋਂ ਕੰਮ ਲੈਣਾ। ਅਰਥ ਵਿਵਸਥਾ ਦਾ ਨਾ ਮੇਨ ਸੋਰਸ ਪੁੱਛ ਲਿਆ, ਮੇਨ ਜੜ ਪੁੱਛ ਲਈ, ਤਾਂ ਆਪਾਂ ਵਪਾਰ ਨੂੰ ਹੀ ਟਿਕ ਕਰਾਂਗੇ। ਕਿਉਂ ਕਰਾਂਗੇ, ਕਿਉਂਕਿ ਜਿਹੜੀ ਸਾਰੀ ਅਰਥ ਵਿਵਸਥਾ ਹੈ ਸਿੰਧੂ ਘਾਟੀ ਲੋਕਾਂ ਦੀ ਵਪਾਰ 'ਤੇ ਹੀ ਟਿਕੀ ਹੋਈ ਸੀਗੀ। ਕਿਉਂਕਿ ਆਪਾਂ ਨੂੰ ਪਤਾ ਹੈ ਆਪਾਂ ਕਿਹਨਾਂ ਨਾਲ ਵਪਾਰ ਕਰ ਰਹੇ ਹਾਂ, ਮੈਸੋਪੋਟਾਮੀਆ ਨਾਲ, ਯਾਨੀ ਕਿ ਸੁਮੇਰ ਵਾਸੀਆਂ ਨਾਲ ਕਰ ਰਹੇ ਹਾਂ। ਉਹਨਾਂ ਦੇ ਨਾਲ ਖਰੀਦਦਾਰੀ ਯਾਨੀ ਕਿ ਵਪਾਰ ਤਾਂ ਹੋ ਰਿਹਾ ਨਾ। ਤੂੰ ਖੇਤੀਬਾੜੀ ਕਿਉਂ ਨਿਕਲੇ ਕਰਦੇ, ਕਿਉਂਕਿ ਇਹ ਵਪਾਰ ਦੀ ਅਰਥ ਵਿਵਸਥਾ ਆਪਾਂ ਨਹੀਂ, ਅਰਥ ਵਿਵਸਥਾ ਬੇਸ ਨਹੀਂ ਕਹਿ ਸਕਦੇ, ਇਹ ਸਿਰਫ ਆਪਾਂ ਕੀ ਕਹਿੰਦੇ ਆ ਮੁੱਖ ਕਿੱਤਾ ਸੀਗਾ। ਬਸ ਆਹੀ ਧਿਆਨ 'ਚ ਰੱਖਣਾ, ਮੁੱਖ ਕਿੱਤਾ ਪੁੱਛਦੇ ਆ ਤਾਂ ਆਪਣਾ ਖੇਤੀਬਾੜੀ ਆਏਗਾ, ਜੇ ਅਰਥ ਵਿਵਸਥਾ ਦਾ ਆਧਾਰ ਪੁੱਛਦੇ ਆ ਤਾਂ ਆਪਣਾ ਵਪਾਰ ਰਹਿਣ ਵਾਲਾ। ਬਾਕੀ ਫਿਰ ਵੀ ਤੁਹਾਨੂੰ ਲੱਗੇ ਮੇਰੇ ਕੋਲ ਤੁਸੀਂ ਇਹ ਚੀਜ਼ ਪੁੱਛ ਸਕਦੇ ਹੋ। ਇਸ ਤੋਂ ਬਾਅਦ ਇਹ ਜਿਹੜੀ ਸਿੰਧੂ ਘਾਟੀ ਦੇ ਲੋਕ ਹੈ, ਇਹਨਾਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਸਮਾਜਿਕ ਤੌਰ 'ਤੇ ਇੱਕ ਸਮਾਜਿਕ ਆਪਾਂ ਕਹਿ ਸਕਦੇ ਨੇ ਇੱਕ ਬੇਸ ਕੀ ਹੈ, ਤਾਂ ਉਹ ਰਹਿਣ ਵਾਲਾ ਆਪਣਾ ਪਰਿਵਾਰ ਹੈ। ਅਤੇ ਪਰਿਵਾਰ ਦਾ ਹੈੱਡ ਪੁੱਛਣ ਦਾ ਹੈੱਡ ਕੌਣ ਹੁੰਦੇ ਸੀਗੇ, ਇੱਥੇ ਆਪਾਂ ਮਾਤਰ ਪ੍ਰਧਾਨ, ਯਾਨੀ ਕਿ ਇਹਦੇ ਵਿੱਚ ਇਸਤਰੀ ਪ੍ਰਧਾਨ ਇਹ ਸੱਭਿਅਤਾ ਮੰਨੀ ਗਈ ਹੈ। ਧਿਆਨ ਰੱਖਿਓ ਜੀ, ਮਾਤਰ ਪ੍ਰਧਾਨ ਕਿ ਸਾਰਾ ਜਿਹੜਾ ਹੈੱਡ ਹੈ ਲੈਣ ਦੇਣ ਕਿਹਦੇ ਹੱਥ ਵਿੱਚ ਹੈ, ਮਾਤਾ ਦੇ ਹੱਥ 'ਚ, ਯਾਨੀ ਕਿ ਜਿਹੜੀ ਵੀ ਲੇਡੀਜ਼ ਹੋਏਗੀ, ਬਜ਼ੁਰਗ ਲੇਡੀਜ਼ ਹੋਏਗੀ, ਸਾਰਾ ਹੱਥ ਉਹਦੇ 'ਚ ਹੋਏਗਾ। ਸਿਸਟਮ ਹੈ ਉਹ ਇੱਕ ਪਰਿਵਾਰ ਦੀ ਹੈੱਡ ਹੋਵੇਗੀ। ਹੁਣ ਆਪਾਂ ਇਹਦੇ 'ਚ ਗੱਲ ਕਰ ਰਹੇ ਸੀਗੇ ਵਪਾਰ ਹੈ, ਅਤੇ ਵਪਾਰ ਕਿਹਦਾ ਹੁੰਦਾ ਸੀਗਾ, ਕੁਛ ਨਹੀਂ ਵੀ ਪੁੱਛਿਆ ਜਾਂਦਾ। ਇੱਕ ਯਾਦ ਰੱਖਣੀ ਤੁਸੀਂ ਚੀਜ਼ ਕਿ ਤੁਹਾਨੂੰ ਬਿਲਕੁਲ ਵੀ ਨਹੀਂ ਆਉਂਦਾ, ਤੁਹਾਨੂੰ ਪੁੱਛਿਆ ਗਿਆ ਕਿ ਆਹ ਟੀਨ ਹੈ, ਲੈਡ ਹੈ, ਸ਼ੀਸ਼ਾ ਹੈ, ਤਾਂਬਾ ਹੈ, ਕਿੱਥੋਂ ਮੰਗਵਾਇਆ ਜਾਂਦਾ ਸੀਗਾ। ਤੁਸੀਂ ਜੇਕਰ ਤੁਹਾਨੂੰ ਜਮਾ ਹੀ ਮਾਈਂਡ 'ਚ ਨਹੀਂ ਆ ਰਿਹਾ, ਅਫਗਾਨਿਸਤਾਨ ਤੁੱਕਾ ਮਾਰ ਸਕਦੇ ਹੋ, ਰਾਜਸਥਾਨ, ਅਫਗਾਨਿਸਤਾਨ ਤੁੱਕਾ ਮਾਰ ਸਕਦੇ ਹੋ। ਜੇ ਥੋੜ੍ਹੇ ਅੱਗੇ ਜਾਵਾਂਗੇ ਤਾਂ ਆਪਣਾ ਜਿਹੜਾ ਹੈ ਈਰਾਨ ਵੀ ਇਹਦੇ 'ਚ ਰਹਿਣ ਵਾਲਾ ਹੈ, ਯਾਨੀ ਕਿ ਅਫਗਾਨਿਸਤਾਨ ਜ਼ਿਆਦਾ ਜਿਹੜਾ ਬੇਸ ਹੈ ਸਾਰਾ ਅਫਗਾਨਿਸਤਾਨ ਦੇ ਵਿੱਚੋਂ ਹੀ ਆਪਾਂ ਜਿਹੜਾ ਵਪਾਰ ਤਾਂਬਾ ਵਗੈਰਾ, ਲੈਡ ਵਗੈਰਾ, ਸ਼ੀਸ਼ਾ ਵਗੈਰਾ ਇਕੱਠਾ ਕਰਦੇ ਸੀਗੇ। ਉਸ ਤੋਂ ਬਾਅਦ ਜੇਕਰ ਆਪਾਂ ਅੱਗੇ ਗੱਲ ਕਰਦੇ ਹਾਂ ਤਾਂ ਉਹ ਹੈ ਈਰਾਨ, ਜਿੱਥੋਂ ਇਹਨਾਂ ਦਾ ਵਪਾਰ ਹੁੰਦਾ ਸੀਗਾ। ਠੀਕ ਹੈ, ਇਹ ਹਾਥੀ ਦੰਦਾਂ ਦਾ ਜ਼ਿਆਦਾ ਵਪਾਰ ਕਰਦੇ ਸੀ, ਹਾਥੀ ਦੰਦ ਲੈਂਦੇ ਸੀ ਉੱਧਰੋਂ ਤਾਂਬਾ ਵਗੈਰਾ। ਹਾਥੀ ਦੰਦ ਜਿੰਨੀ ਕਿ ਆਪਾਂ ਕਿਸੇ ਨੂੰ ਦਿੱਤੇ, ਉਹਦੇ ਤੋਂ ਬਦਲੇ ਆਪਾਂ ਕੀ ਲਿਆ, ਤਾਂਬਾ ਵਗੈਰਾ ਲਿਆ। ਉਸ ਤਰੀਕੇ ਦਾ ਇਹਨਾਂ ਦਾ ਜਿਹੜਾ ਵਪਾਰ ਰਹਿੰਦਾ ਸੀਗਾ। ਹੁਣ ਇਸ ਤੋਂ ਬਾਅਦ ਆਪਾਂ ਇਹਦੀ ਗੱਲ ਕਰ ਰਹੀ ਹੈ, ਪਰਿਵਾਰ ਹੈ, ਹੈੱਡ ਮਾਤਰ ਪ੍ਰਧਾਨ ਯਾਨੀ ਕਿ ਇਸਤਰੀ ਹੋਏਗੀ, ਖੇਤੀਬਾੜੀ ਮੁੱਖ ਕਿੱਤਾ ਹੈ, ਅਰਥ ਵਿਵਸਥਾ ਦਾ ਬੇਸ ਕੀ ਹੈ, ਵਪਾਰ ਹੈ, ਨਗਰ ਯੋਜਨਾ ਦੀ ਆਪਾਂ ਗੱਲ ਕਰ ਚੁੱਕੇ ਹਾਂ। ਹੁਣ ਤੁਹਾਡੇ ਸਾਹਮਣੇ ਕੁਐਸਚਨ ਕੀ ਰਹਿੰਦਾ ਹੈ ਲਾਸਟ 'ਤੇ ਕਿ ਜਿਹੜੇ ਸਿੰਧੂ ਘਾਟੀ ਇੱਕ ਇੰਨੀ ਸੱਭਿਅਤਾ ਡਿਵੈਲਪ ਕਰ ਚੁੱਕੀ ਸੀ, ਪ੍ਰਫੁੱਲਿਤ ਹੋ ਚੁੱਕੀ ਸੀ, ਫਿਰ ਇਹ ਖਤਮ ਕਿਉਂ ਹੋ ਗਈ। ਮਾਈਂਡ ਵਿੱਚ ਕਈ ਕੁਐਸਚਨ ਹੁੰਦੇ ਆ
कईयां ने अपने कनसैप्ट दिते भी है, कई स्टोरियां ने भी गल की इस तरीके नहीं इस तरीके हुई होगी, यानी कि सोच से डिपेंड करता हर बंदे की, हर बंदा अपने व्यू दिंदा है, तो आप एनालाइज करते हैं शायद इदा भी होया होगा। तो क्वेश्चन काफ़ी बार पूछा जा चुका सी-टेट दे विच, पी-टेट दे विच कि सिंधु घाटी की सभ्यता है जिहड़ी है खत्म किवें हुई सीगी, यानी डिकलाइन उनके विनाश होने के कारण की है। तो एक क्वेश्चन पूछ लेंदे तुहाडे कोल बाहरी हमले, बाहरी हमले, जंगलों में अग, हड़ां करके, महामारी फैल करके, यानी कि कोई बीमारी फैल गई सी इस करके। उस तो बाद आप कर सकते हैं गल कर सकते कुदरती आफतों में सारा कुछ वैसे आ जाएगा, कुदरती आफत इन्हों किस कारण है जी सिंधु घाटी की सभ्यता जी खत्म हुई। वो अलग अलग स्टोरियन है, तुम जेकर पढ़ोगे तो तुम्हें पता चल जाएगा कि केड़ा व्यू दे रहा था। ये सारे ही सही है, क्यों है? क्योंकि कहते हैं सिंधु घाटी के लोगों से जो सिंधु घाटी के लोग है बाहरी अटैक किना किया, आर्यन ने किया, एक कंसैप्ट ये बन जाता है। दूसरा है जंगलों में अग लग के एक रहने वाला विच भूकंप, हाँ ये जरूर है भूकंप करके। हुण देखो जंगलों हड़ां करके, बीमारी करके, कुदरती आफतां सारे वैसे आ जाएगा। बाहरी हमले कहते आते कि बाहरी हमले आर्यन लोगों ने किए सिंधु घाटी के लोगों के, तो उन्होंने खत्म करता, विनाश कर दिता। उस बाद जंगलों में अग, एक क्वेश्चन पूछ सकते हैं जंगलों के जो प्रूफ है अग लगन दे जां अग लगन दे करके खत्म हुई सभ्यता, तो अपन प्रूफ कितों मिलते हैं? रोपड़ तो। उस तरह जेकर भूकंप का पूछते हैं तो अपनी जी गल करके आए थे कालीबंगा उत्थों जोड़े है प्रूफ मिले है कि भूकंप करके जी सभ्यता खत्म हो गई सी, यानी कि सारे ही अपने कारण है सिंधु घाटी सभ्यता के खत्म होने के। हुण इत्थों तक तुहानूं जी है समझ आ गई होगी, उम्मीद है कि इत्थों तक तुसीं जी चीज़ें क्लीयर कर सकते हो। अर्थव्यवस्था तुहाडी हो चुकी है, अर्थव्यवस्था जो मेन है वो की सीगा। उस तो बाद आपां गल करते हैं इहदे विच मात्र प्रधान रहने वाला समाजिक के तौर पर वेखते हैं। तो एक गल तुसीं इहदे विच क्लीयर कर सकते हो कि धार्मिक तौर पर इन्हां दा की विचार सीगा। धार्मिक ये भी जरूरी है कि धार्मिक तौर पर आप जेकर वेखते हैं सिंधु घाटी की सभ्यता नूं, तो इहदे विच की रहने वाला है कि इहदे हालां तक आपां पुख्ता सबूत जां बिल्कुल क्लीयर नहीं कह सकते धार्मिक तौर पर कि लोग किदां सीगे, किहदी पूजा करते सीगे। सिर्फ आप ये कह सकते कि जी आप टैराकोटा की गल करते हैं ना, टैराकोटा, वो टैराकोटा सिर्फ इट्टां नहीं बोलते सीगे, पक्की हुई कोई भी चीज़ है, मिट्टी की कोई भी चीज़ है पक्की हुई उन्होंने टैराकोटा बोले। चाहे वो मिट्टी की मूर्ति बनी पक्की हुई है उन्होंने भी टैराकोटा बोलांगे, चाहे इट बनी है उन्होंने भी टैराकोटा बोलांगे, चाहे होर कोई अपन सिंबल मिला पक्या होया उन्होंने टैराकोटा बोलांगे। उहदे विच गल करते हैं धार्मिक दे विच कि तुसीं आपां गल करके आए सीगे मोहनजोदड़ो दे विच पशुपतिनाथ की मूर्ति। हुण पशुपतिनाथ है जिहड़ा इनू अपना एक देवते के तौर पर लेंदे आ कि साडा पशुपतिनाथ है। किहड़े देवते जिहड़े स्टोरी ने कहते हैं ये शिव की मूर्ति है, शायद कहते शिव भगवान की मूर्ति सीगी ते लोग इहदी पूजा करते सीगे। तो उन्होंने टैराकोटा की अलग अलग होर मूर्तियां अपन मिली है जिन्हों की पूजा देखने को मिलती है, यानी कि धार्मिक विश्वास इन्हों का की सीगा ये लोगों का सीगा भी एक बंदा अपने मूर्ति बना के दीवारां नाल मूर्ति बना के उन्होंने पूजा करनी, शिव यानी कि पशुपतिनाथ की पूजा करनी है। तो ये है उन्होंने धार्मिक। हुण इहदे विच आपां इह गल कर रहे थे पक्की मोहर भी मिल सकती है। हुण मोहरा तो एक याद है मोहरां दे विच क्वेश्चन पूछा जाता कि मोहर एक क्वेश्चन मैं 4-5 दिन पहला सोशल मीडिया पर वेख्या सी, उन्होंने क्वेश्चन पाया सीगा कि सिंधु घाटी के लोगों को जिहड़ियां किस तरह के मोहरां तो जाणू सन जां किस तरह की मोहरां मिलियां। तो ऑप्शन च पाया सीगा आयताकार, बेलणकार, वर्गाकार। आयताकार, बेलणकार, वर्गाकार। तो उन्होंने पूछा सी उपरोक्त विच कोई नहीं, एक और शायद ऑप्शन पाई सी, उन्होंने पूछा सीगा उनका क्वेश्चन ही गलत सीगा
क्वेश्चन क्यों गलत सीगा क्योंकि सारे तरह दी आपां नूं मोहरां मिलियां, आयताकार दियां भी मिलियां, बेलणकार दियां भी मिलियां ते वर्गाकार दियां भी मोहरां आपां नूं प्राप्त होईयां सिंधु घाटी सभ्यता दे विच। हुण मोहरां दी कई वार गिनती पुछदे 2000 तो हो चुकी है, जे होर भी मिल रही हैं शायद होर ज़्यादा मोहरां आपां नूं मिल जाण। ये उम्मीद है कि मोहरां इदां ही मिलदियां रहणगीਆਂ क्योंकि खुदवाई चलदी रहिंदी रेगूलर, इस करके आपां नहीं कह सकते कि 2000 ही आपां लैके चलांगे, होर भी मोहरां कई मिल चुकी आपां नूं। तो उनकी संख्या टाइम टू टाइम वधदी जाएगी जिवें नवीं खुदाई या नवीं अगे खोज की जाएगी, उहदे आपां नूं सिंधु घाटी रिलेटेड कोई मिलती है। तो हुण इहदे विच तुहानूं सारा क्लीयर है, धार्मिक हो गया, अपना समाजिक हो गया, अर्थव्यवस्था हो गई है, तो जिहड़े सिंधु घाटी जिहड़ी है सभ्यता है खत्म किवें हुई है, तो खत्म किवें हुई है, बाहरी हमले करके आ रहा, लोगों के हमले हुए है, जंगलों में अग लग के रोपड़ तो आपां नूं एक निशान मिलते, हड़ा करके भी एक तुहानूं एग्जाम्पल देना हड़ा करके किवें खत्म होया है। तो तुसीं जदों एक टूर वगैरह कढ़िया होना है, जदों आपां लुधियाना तो रोपड़ जाते हैं, यानी कि लुधियाना तो मैं कित्थे जा रहा, रोपड़ जा रहा, तो लुधियाना तो रोपड़ जाते टाइम एक जगह आती इत्थे विचकार जा, यानी कि कह सकते हैं खरड़ के आस पास जगह आती है। तो उत्थे एक जगह उच्चा पिंड कोट निहंगा संगोल, वो सारे इत्थे आस पास ही है, इस एरिए के विच ही है सारा कुछ, यानी कि आप रोपड़ के नेड़े मान के चलते हैं कि रोपड़ जिले के विच ही होंदे हैं। तो उच्चा पिंड क्यों है, उच्चा पिंड ही इस करके है क्योंकि बहुत उच्चा बनया है। क्यों बनया है, कहते इन्होंने एक बार पिंड अपना बनाया, हड़ आया, पिंड मलबे थले दबा गया, फिर इन्होंने पिंड बनाया, हड़ आया, पिंड फिर मलबे थले दबा गया, फिर इन्हें एफर्ट करके पिंड बनाया, यानी कि तीजी बार पिंड बनया जाके उच्चा पिंड हो गया। लेयर्स दिख रही हैं तो प्रूफ उदा दिख रहा है, इस करके इन्होंने बोलते हैं उच्चा पिंड, यानी कि दबया गया शहर फिर जाके बनाया गया शहर, इस करके इन्होंने उच्चा पिंड देना। एक क्वेश्चन पूछा जाता है वो किहड़ा शहर है, ये तुसीं दसोगे कमेंट बॉक्स के विच, जिहड़ा शहर 7 वारी उजड़िया ते 7 वारी वसिया, वो किहड़ा शहर सीगा, जरूर दस्सिओ जी। उस तो बाद आपां एक दा होर क्वेश्चन दे विच पुछ लैंदे तुहाडे कोलों, किहड़ी जगह सीगी जिथे आपां नूं खूह मिलिया सीगा। दूसरा क्वेश्चन हो गया किहड़ी जगह है जिथे आपां नूं खूह मिलिया। तीसरा क्वेश्चन है वो किहड़ी जगह है जिथे मेन गेट मेन सड़क वाल खुलते सीगे। 3 क्वेश्चन हो चुके हैं। पहला क्वेश्चन सुन लिया, दूसरा क्वेश्चन आप गल की है खूह कितों मिलिया, तीसरी गल की है वो किहड़ी जगह है जिथे आपां नूं मेन गेट मेन सड़क वाल खुलते मिलते हैं, तो वो किहड़े 2 शहर है जिस नूं सिंधु घाटी सभ्यता की जुड़वा भैन मन्निया जाता सीगा। यानी कि जुड़वा भैन मीनस 2 राजधानियां मन्निया जांदियां कि एक राजधानी ये है, एक राजधानी दूसरी है। जिवें आपां कह सकते हैं दिल्ली तो आगरा, आगरा तो दिल्ली, फिर दिल्ली तो दौलताबाद, यानी कि उहदे विच ही वो सारा चीज़ रहिंदी है। उस फिर आपां इहदे विच ये कह सकते हैं कि इदां दा स्ट्रक्चर सीगा। हुण मैं की लैके चलिया, जिहड़े तुहाडे पॉइंट ऑफ व्यू तो क्वेश्चन बनते आ कि किवें दे क्वेश्चन पूछे जा सकते हैं, फिर भी तुहाडे माइंड दे विच नवें क्वेश्चन बन रहे हो, उत्पन्न हो रहे हैं, तो मेरे नाल सीधा कॉन्टैक्ट करो, तुहानूं चीज़ पूरी बरीकी दे नाल क्लीयर करांगे कि इदां दे क्वेश्चन ऐ पूछे जाते हैं। क्योंकि कई बार कि सारा चीज़ मैं तुहानूं बोर्ड ते नहीं करवा सकदा क्योंकि लैक्चर बहुत लंबे हो जाने हैं, उस तो बाद इन्ना आपां पढ़ भी नहीं सकते जां इन्ना आपां सुन भी नहीं सकते। तो बाकी जिहड़े भी थोड़ा बहुत रहिंदा होएगा तुसीं मैनूं कमेंट बॉक्स फोन, हाँ एक मैं दे चुकिया कमेंट दे विच फोन नंबर है मेरा, उहदे तुसीं मैनूं फोन मैसेज करके पुछ सकदे हो, सारी चीज़ तुहाडी डाउट जिहड़े आ क्लीयर प्रॉपर तौर पर किए जाएंगे। उम्मीद है ये लैक्चर तुहानूं बिल्कुल पसंद आया होगा, ना पसंदीदा सवाल ही नहीं उठता क्योंकि इन्ने वधिया तरीके नाल मैं नहीं कहता कोई कमाउंदा होना है, अपने आप ते एक विश्वास हुंदा है। दूसरी गल ये है कि अपना जिहड़ा चैनल है विज़ार्ड ऑफ हिस्टरी, इनू सबसक्राइब जरूर करो, एक लाल थले बैल आइकन हो रहा आया होगा उन्होंने दबा के इनू सबसक्राइब करके उस तो बाद लाइक शेयर कमेंट करना ना भुल्लिओ ताकि जी वीडियो वध तो वध
ਕੋਲ ਪਹੁੰਚ ਸਕੇ। ਇਹ ਨਹੀਂ ਤੁਹਾਡੇ ਕੋਲ ਪਹੁੰਚ ਗਈ ਤੁਸੀਂ ਆਪਦਾ ਬੈਨੀਫਿਟ ਲੈ ਲਿਆ ਵੀ ਸਾਡੇ ਕੋਲ ਪਹੁੰਚ ਗਈ, ਅਸੀਂ ਵਿੱਚ ਕੁਐਸਚਨ ਲੈ ਲਿਆ, ਆਨਸਰ ਲੈ ਲਿਆ, ਦੂਸਰੇ ਕੋਲ ਪਹੁੰਚੇ ਨਾ। ਆਪਾਂ ਸਾਰਿਆਂ ਦਾ ਭਲਾ ਸੋਚਣਾ। ਇਸ ਕਰਕੇ ਮੈਂ ਤੁਹਾਡੇ ਵਾਸਤੇ ਭਲੇ ਵਾਸਤੇ ਹੀ ਜਿਹੜਾ ਚੈਨਲ ਜਿਹੜਾ ਸਟਾਰਟ ਕੀਤਾ। ਨਹੀਂ ਤਾਂ ਮੈਨੂੰ ਕੀ ਜ਼ਰੂਰਤ ਸੀਗੀ ਕਿ ਤੁਹਾਡੇ ਜਿਹੜੀ ਹੈ ਨੌਲੇਜ ਇਨਕਰੀਜ਼ ਕਰਨ ਦੀ। ਮੈਨੂੰ ਇਹ ਕਿ ਥੋੜ੍ਹਾ ਜਿਹਾ ਇਹਦੇ ਨਾਲ ਤੁਹਾਨੂੰ ਬੈਨੀਫਿਟ ਹੋਏਗਾ, ਤੁਹਾਡਾ ਭਲਾ ਹੋ ਜਾਏਗਾ, ਤੁਹਾਡੀ ਜਿਹੜੀ ਨੌਲੇਜ ਹੈ ਇਨਕਰੀਜ਼ ਹੋਵੇਗੀ। ਤਾਂ ਬਹੁਤ ਬਹੁਤ ਧੰਨਵਾਦ ਲੈਕਚਰ ਧਿਆਨ ਨਾਲ ਸੁਣਨ ਨਾਲ। ਤਾਂ ਕਮੈਂਟ ਜ਼ਰੂਰ ਕਰਿਓ ਇਸ ਲੈਕਚਰ 'ਤੇ, ਤੁਹਾਨੂੰ ਪਤਾ ਚੱਲੂਗਾ, ਮੈਨੂੰ ਵੀ ਪਤਾ ਚੱਲੂਗਾ ਵੀ ਕੀ ਕੁਝ ਰਹਿੰਦਾ ਜਾਂ ਕੀ ਕੁਝ ਵਧੀਆ ਤਰੀਕੇ ਨਾਲ ਹੋਰ ਵੀ ਬਹਿਸ ਤੁਹਾਨੂੰ ਕਰਵਾਇਆ ਜਾ ਸਕਦਾ ਹੈ। ਉਮੀਦ ਹੈ। ਥੈਂਕ ਯੂ, ਧੰਨਵਾਦ।